ਵਿਦਿਆਰਥੀਓ ਆਪ ਜੀ ਦੇ ਸਾਹਮਣੇ ਅੱਜ ਮੈਂ 10ਵੀਂ ਕਲਾਸ ਦਾ ਦੂਜਾ ਅਧਿਆਇ ਬਹੁਪਦ ਲੈ ਕੇ ਹਾਜ਼ਰ ਹਾਂ। ਇਹ ਬਹੁਪਦ ਨੂੰ ਜੇਕਰ ਅਸੀਂ ਸਮਝਣਾ ਹੋਵੇ ਤਾਂ ਬਹੁਪਦ ਨੂੰ ਉਹਦੇ ਨਾਮ ਦੇ ਹਿਸਾਬ ਦੇ ਨਾਲ ਸਮਝਿਆ ਜਾ ਸਕਦਾ ਹੈ। ਅੱਜ ਦੇ ਇਸ ਪੂਰੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਬਹੁਪਦ ਦੇ ਬਾਰੇ ਜਾਣਕਾਰੀ ਦੇਵਾਂਗਾ। ਬਹੁਪਦ ਦੀਆਂ ਕਿਸਮਾਂ ਜਿਵੇਂ ਕਿ ਰੇਖੀ ਬਹੁਪਦ, ਇੱਕ ਪਦੀ ਹੋ ਗਏ, ਦੋ ਪਦੀ ਬਹੁਪਦ ਹੋ ਗਏ, ਤਿੰਨ ਪਦੀ ਬਹੁਪਦ ਹੋ ਗਏ, ਠੀਕ ਹੈ ਜੀ। ਇਹਨਾਂ ਦੇ ਬਾਰੇ ਜਾਣਕਾਰੀ ਦੇਵਾਂਗਾ। ਇਹਨਾਂ ਦੇ ਮੂਲ ਕੀ ਹੁੰਦੇ ਹਨ, ਇਹਨਾਂ ਦੀਆਂ ਸਿਫਰਾਂ ਦੀ ਗਿਣਤੀ ਕਿਵੇਂ ਕੱਢੀ ਜਾਂਦੀ ਹੈ, ਜਾਂ ਸਿਫਰਾਂ ਦੀ ਗਿਣਤੀ ਕੀ ਹੁੰਦੀ ਹੈ, ਜਾਂ ਸਿਫਰ ਕੀ ਹੁੰਦੇ ਹਨ, ਉਹਦੇ ਬਾਰੇ ਦੱਸਾਂਗੇ। ਤੇ ਉਸ ਤੋਂ ਬਾਅਦ ਇਹਨਾਂ ਬਹੁਪਦਾਂ ਦਾ ਤੁਸੀਂ ਜਮਾਇਤੀ ਰੂਪ ਜਿਹੜਾ ਹੈਗਾ ਆ ਉਹ ਵੀ ਇਸ ਲੈਕਚਰ ਦੇ ਵਿੱਚ ਦੇਖੋਗੇ, ਠੀਕ ਹੈ ਜੀ। ਚਲੋ ਵਿਦਿਆਰਥੀਓ ਸ਼ੁਰੂਆਤ ਕਰਦੇ ਹਾਂ ਇਸ ਲੈਕਚਰ ਦੀ ਇਸ ਦੇ ਨਾਮ ਦੇ ਨਾਲ। ਇਸ ਦੇ ਨਾਮ ਦੇ ਨਾਲ ਕੀ ਆ? ਸਭ ਤੋਂ ਪਹਿਲਾਂ ਬਹੁਪਦ ਹੈ। ਬਹੁਪਦ ਹੁੰਦਾ ਕੀ ਹੈ? ਬਹੁਪਦ ਜਿਹੜਾ ਬਹੁਪਦ ਹੈ ਉਹ ਦੋ ਸ਼ਬਦਾਂ ਦੀ ਰਚਨਾ ਤੋਂ ਬਣਿਆ ਹੋਇਆ ਹੈ, ਬਹੁ ਅਤੇ ਪਦ। ਯਾਨੀ ਕਿ ਇਹੋ ਜਿਹਾ ਵਿਅੰਜਨ ਜਿਹਦੇ ਬਹੁਤ ਸਾਰੇ ਪਦ ਹੋਣ ਉਹਨੂੰ ਅਸੀਂ ਕੀ ਕਹਿੰਦੇ ਆ? ਬਹੁਪਦ ਕਹਿੰਦੇ ਆ, ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਜੇਕਰ ਪੋਲੀਨੋਮੀਅਲ ਦੀ ਗੱਲ ਕਰੀਏ ਤਾਂ ਇਹ ਵੀ ਹੈ। ਪੋਲੀਨੋਮੀਅਲ ਦਾ ਮਤਲਬ ਪੋਲੀ ਦਾ ਮਤਲਬ ਹੁੰਦਾ ਬਹੁਤ, ਨੋਮੀਅਲ ਦਾ ਮਤਲਬ ਹੁੰਦਾ ਪਦ। ਯਾਨੀ ਕਿ ਇਹੋ ਜਿਹੇ ਵਿਅੰਜਕ ਜਿਹੜਾ ਜਿਹਦੇ ਬਹੁਤ ਸਾਰੇ ਪਦ ਨੂੰ ਉਹਨੂੰ ਆਪਾਂ ਕੀ ਕਹਿੰਦੇ ਆ? ਪੋਲੀਨੋਮੀਅਲ ਜਾਂ ਬਹੁਪਦ ਆਪਾਂ ਉਹਨੂੰ ਕਹਿੰਦੇ ਆ। ਕਿਸ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਉਹਦੇ ਬਾਰੇ ਜ਼ਿਕਰ ਕਰ ਲੈਂਦੇ ਹੈਗੇ ਆ। ਸਭ ਤੋਂ ਪਹਿਲਾਂ ਉਹਦੀ ਇੱਕ ਉਦਾਹਰਣ ਲੈ ਕੇ ਚੱਲਦੇ ਆ। ਇਧਰਲੇ ਪਾਸੇ ਉਦਾਹਰਣ ਲੈ ਲੈਂਦੇ ਆ x, ਦੂਜੀ ਉਦਾਹਰਣ ਲੈ ਲੈਂਦੇ ਆ 2x + 1, ਤੀਜੀ ਉਦਾਹਰਣ ਲੈ ਲੈਂਦੇ ਆ 3x² + 2x + 1, ਠੀਕ ਹੈ ਜੀ। x 2x ਇਹ ਤਿੰਨ ਆ ਗਏ ਨੇ ਜੀ। ਇਹਨਾਂ ਦੇ ਵਿੱਚ ਕੀ ਆ ਵਿਦਿਆਰਥੀਓ? ਇਹਦੇ ਵਿੱਚ ਕਿੰਨੀਆਂ ਟਰਮ ਨੇ? ਇੱਕ। ਇਸ ਕਰਕੇ ਇਹਨੂੰ ਜੋ ਹੈ ਉਹ ਬੋਲਿਆ ਜਾਂਦਾ ਹੈ ਰੇਖੀ ਬਹੁਪਦ। ਇਹਦੇ ਵਿੱਚ ਕਿੰਨੀਆਂ ਟਰਮਸ ਨੇ? 1 2, ਇਸ ਕਰਕੇ ਇਹਨੂੰ ਬੋਲਿਆ ਜਾਂਦਾ ਹੈ ਦੋ ਪਦੀ ਬਹੁਪਦ। ਇਸੇ ਤਰੀਕੇ ਨਾਲ ਇਹ ਤਿੰਨ ਪਦੀ ਬਹੁਪਦ ਜਿਹੜਾ ਹੈਗਾ ਆ ਹੋਏਗਾ, ਠੀਕ ਹੈ ਜੀ। ਹੁਣ ਇੱਕ ਬਹੁਪਦ ਦੇ ਵਿੱਚ ਕੀ ਕੱਲੀਆਂ ਉਹਦੀਆਂ ਟਰਮਸ ਯਾਨੀ ਕਿ ਉਹਦੇ ਪਦ ਜਿਹੜੇ ਹੈਗੇ ਨੇ ਉਹੀ ਡਿਸਾਈਡ ਕਰਦੇ ਨੇ ਕਿ ਉਹ ਕੀ ਹੋਏਗਾ, ਜਾਂ ਇਸ ਤੋਂ ਇਲਾਵਾ ਵੀ ਕੁਝ ਹੋ ਸਕਦਾ ਆ? ਬਿਲਕੁਲ ਹੋ ਸਕਦਾ ਆ। ਹੁਣ ਇਧਰਲੇ ਪਾਸੇ ਆਂਦੇ ਆ ਜੀ ਅਸੀਂ ਦੁਬਾਰਾ ਤੋਂ ਦੇਖਦੇ ਆ। ਮੇਰੇ ਕੋਲ ਇੱਕ ਬਹੁਪਦ ਹੈ ਜੀ 2x + 1, ਇਹਨੂੰ ਮੈਂ ਨਾਮ ਦਿੱਤਾ px ਦੇ ਨਾਲ, ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਇਹ px ਦਾ ਕੀ ਅਰਥ ਹੈ, ਠੀਕ ਹੈ। px ਦਾ ਮਤਲਬ ਹੁੰਦਾ ਬੇਟਾ p ਮਤਲਬ ਪੋਲੀਨੋਮੀਅਲ ਇਨ x, ਯਾਨੀ ਕਿ ਪੋਲੀਨੋਮੀਅਲ ਆਪਾਂ ਬਹੁਪਦ ਨੂੰ ਕਹਿੰਦੇ ਆ। ਉਹ ਵਾਲਾ ਬਹੁਪਦ ਜਿਹੜਾ x ਦੀ ਟਰਮ 'ਚ ਲਿਖਿਆ ਹੁੰਦਾ ਹੈ ਉਹਨੂੰ ਅਸੀਂ ਕੀ ਬੋਲਦੇ ਆ? 2x + 1, ਯਾਨੀ ਕਿ ਇਹ ਇੱਕ ਬਹੁਪਦ ਹੈ ਜੋ ਕਿ x ਦੇ ਵਿੱਚ। ਇਹਦੇ ਵਿੱਚ ਜੋ x ਹੈ ਉਹ ਇਹਦਾ ਚਲ ਹੈ, ਠੀਕ ਹੈ ਜੀ। ਚਲ ਉਹਨੂੰ ਕਹਿੰਦੇ ਆ ਜਿਹਦੀ ਟਰਮ ਕੋਈ ਫਿਕਸ ਨਹੀਂ ਹੁੰਦੀ, ਜਿਹਦੀ ਵੈਲਿਊ ਕੁਝ ਵੀ ਹੋ ਸਕਦੀ ਹੈ, ਠੀਕ ਹੈ ਜੀ। ਤੇ ਜੋ ਇਹਦੀ ਘਾਤ ਹੈ ਉਹਨੂੰ ਅਸੀਂ ਉਸ ਬਹੁਪਦ ਦੀ ਘਾਤ ਜਿਹੜੀ ਹੈਗੀ ਆ ਉਹ ਕਹਿੰਦੇ ਆ। ਇਹ ਰੇਖੀ ਦੇ ਨਾਲ ਇਹ ਇੱਕ ਪਦੀ ਹੈ, ਰੇਖੀ ਵੀ ਹੈ, ਇੱਕ ਪਦੀ ਵੀ ਹੈ। ਹੁਣ ਇਹਦੇ ਵਿੱਚ ਘਾਤ ਜਿਹੜੀ ਹੈਗੀ ਆ ਇਹਦਾ ਚਲ x ਹੈ ਤੇ ਇਹਦੀ ਘਾਤ ਜਿਹੜੀ ਹੈ 1 ਹੈ। ਇਸ ਇੱਕ ਘਾਤ ਹੋਣ ਦੇ ਕਰਕੇ ਇਹਨੂੰ ਰੇਖੀ ਬਹੁਪਦ ਬੋਲਿਆ ਜਾਂਦਾ ਹੈ, ਠੀਕ ਹੈ ਜੀ। ਰੇਖੀ ਬਹੁਪਦ। ਹੁਣ ਜੇਕਰ ਇੱਕ ਹੋਰ ਉਦਾਹਰਣ ਲੈ ਲੈਂਦੇ ਆ px ਬਰਾਬਰ ਆ ਗਿਆ 3x ਦੀ ਘਾਤ 2 + 2x + 1, ਜਿਵੇਂ ਕਿ ਮੈਂ ਇੱਥੇ ਲਿਖਿਆ ਸੀਗਾ। ਇਹਦੇ ਵਿੱਚ ਇਹਦਾ ਚਲ ਜਿਹੜਾ ਹੈਗਾ ਆ ਉਹ x ਹੈ, ਚਲ ਹੈ, ਲੇਕਿਨ ਇਹਦੀ ਘਾਤ ਉਸ ਚਲ ਦੀ ਸਭ ਤੋਂ ਵੱਡੀ ਘਾਤ ਜਿਹੜੀ ਆ ਉਹ ਕੀ ਆਂਦੀ ਆ? 2 ਆਂਦੀ ਆ। ਉਹ ਘਾਤ ਕਿੰਨੀ ਹੋ ਗਈ? 2 ਹੋ ਗਈ। ਇਸ ਕਰਕੇ ਇਹਦਾ ਪੋਲੀਨੋਮੀਅਲ ਦਾ ਜਿਹੜਾ ਨਾਮ ਹੈ, ਇਸ ਬਹੁਪਦ ਦਾ ਨਾਮ ਹੈ, ਉਹਨੂੰ ਕੀ ਬੋਲਦੇ ਆ? ਦੋ ਘਾਤੀ ਬਹੁਪਦ। ਇਸ ਤੋਂ ਪਹਿਲਾਂ ਅਸੀਂ ਦੇਖਿਆ ਇਹ ਦੋ ਪਦੀ ਬਹੁਪਦ ਹੈ ਜੇਕਰ ਦੋ ਟਰਮਸ ਹੋਣ, ਲੇਕਿਨ ਜੇ ਦੋ ਘਾਤੀ ਬਹੁਪਦ ਹੈ ਇਹਦਾ ਮਤਲਬ ਇਸ ਬਹੁਪਦ ਦਾ ਨਾਮ ਉਹਦੀ ਘਾਤ ਦੇ ਨਾਲ ਜੁੜਿਆ ਹੋਇਆ ਹੈ। ਜੇਕਰ ਘਾਤ 1 ਹੋਏਗੀ ਤਾਂ ਰੇਖੀ ਬਹੁਪਦ, ਜੇਕਰ ਘਾਤ 2 ਹੋਏਗੀ ਤਾਂ ਦੋ ਘਾਤੀ ਬਹੁਪਦ, ਜੇਕਰ ਘਾਤ 3 ਹੋਏਗੀ ਤਾਂ ਤਿੰਨ ਘਾਤੀ ਬਹੁਪਦ ਐਂਡ ਸੋ ਔਨ, ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਅਸੀਂ ਦੇਖ ਸਕਦੇ ਹਾਂ, ਇਧਰ ਇਰੇਜ਼ ਕਰ ਦਈਏ ਇਹਨੂੰ, ਅਸੀਂ ਦੇਖ ਸਕਦੇ ਹਾਂ ਕਿ ਹੋਰ ਉਦਾਹਰਣ ਲੈ ਕੇ ਕਿ ਇੱਕ px ਲਈਏ ਆਪਾਂ ਉਦਾਹਰਣ। px ਦੇ ਵਿੱਚ ਹੁਣ ਮੈਂ ਲਿਖਤਾ x³ + 2x ਦੀ ਘਾਤ 2 + x + 1। ਇਹਦੇ ਵਿੱਚ ਆ x ਹੋ ਗਿਆ ਜੀ ਚਲ, ਤੇ ਉਸ ਚਲ ਦੀ ਸਭ ਤੋਂ ਵੱਡੀ ਘਾਤ ਦੇਖੋ ਇੱਥੇ 3 ਵੀ ਆ, 2 ਵੀ ਆ ਤੇ ਇੱਥੇ 1 ਵੀ ਆ, ਠੀਕ ਹੈ ਜੀ। 3 2 ਤੇ 1, ਲੇਕਿਨ ਸਭ ਤੋਂ ਵੱਡੀ ਘਾਤ ਕਿਹੜੀ ਆ? 3 ਹੈ। ਇਹਦਾ ਮਤਲਬ ਇਹਦੀ ਘਾਤ ਜਿਹੜੀ ਹੈਗੀ ਉਹ ਬਣ ਗਈ ਆਪਣੇ ਕੋਲ 3। ਇਹਦਾ ਮਤਲਬ ਇਹਦਾ ਨਾਮ ਕੀ ਬਣ ਜਾਏਗਾ? 3 ਘਾਤੀ ਬਹੁਪਦ।
ठीक है जी। ਇਹ ਤਿੰਨ ਘਾਤੀ ਬਹੁਪਦ ਜਿਹੜਾ ਹੈਗਾ ਸਾਡਾ ਬਣ ਜਾਏਗਾ। ਮੇਰੇ ਖਿਆਲ ਨਾਲ ਹੁਣ ਤੁਸੀਂ ਬਹੁਪਦ ਦੀ ਜਿਹੜਾ ਨੋਮੈਨਕਲੇਚਰ ਹੈ ਉਹਦਾ ਨਾਮ ਕਿਵੇਂ ਰੱਖੇ ਗਏ ਨੇ ਉਸ ਚੀਜ਼ ਨੂੰ ਵੀ ਸਮਝ ਸਕਦੇ ਹੋ। ਇਸੇ ਤਰੀਕੇ ਨਾਲ ਜੇ ਘਾਤ 4 ਹੋਵੇ ਤਾਂ ਚਾਰ ਪਦੀ ਬਹੁਪਦ, ਚਾਰ ਘਾਤੀ ਬਹੁਪਦ ਐਂਡ ਸੋ ਔਨ। ਠੀਕ ਹੈ ਜੀ। ਮੇਰੇ ਖਿਆਲ ਨਾਲ ਹੁਣ ਇਹਨੂੰ ਇਰੇਜ਼ ਕਰਦੇ ਹਾਂ ਤੇ ਨੈਕਸਟ ਟਰਮਸ ਦੇ ਵੱਲ ਮੂਵ ਕਰਦੇ ਹਾਂ, ਨੈਕਸਟ ਟਰਮ ਦੇ ਵੱਲ ਚੱਲਦੇ ਹਾਂ। ਠੀਕ ਹੈ ਜੀ। ਹੁਣ ਆਪਣੇ ਕੋਲ ਕੀ ਹੈ ਜੀ, ਆਪਣੇ ਕੋਲ ਦੁਬਾਰਾ ਤੋਂ ਫਿਰ ਰੇਖੀ समीकरण रेखी बहुपद वाल चलते हैं जी। ਆਪਾਂ रेखी बहुपद मान लो px बराबर ਤੁਹਾਡੇ ਕੋਲ ਦਿੱਤਾ ਹੋਇਆ 2x ਜਮਾ 1। ठीक है जी। ਹੁਣ ਇੱਥੇ ਮੈਂ ਇੱਕ ਚੀਜ਼ ਜਿਹੜੀ ਹੈਗੀ ਆ ਕਲੀਅਰ ਕਰਨਾ ਚਾਹੁੰਦਾ ਵਿਦਿਆਰਥੀਆਂ ਨੂੰ ਕਿ ਕਈ ਵਾਰ ਵਿਦਿਆਰਥੀ ਹੋ ਗਏ ਜਾਂ ਵੱਡੇ ਹੋ ਗਏ ਉਹ ਕੀ ਕਰਦੇ ਨੇ, ਉਹ ਬਹੁਪਦ ਤੇ ਸਮੀਕਰਨ ਇਹਨਾਂ ਦੋ ਚੀਜ਼ਾਂ ਦੇ ਵਿਚਕਾਰ ਆਪਸ ਵਿੱਚ ਗੁੰਝਲ ਜਾਂਦੇ ਨੇ। ਮਤਲਬ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਈ ਵਾਰੀ ਵਿਦਿਆਰਥੀਆਂ ਨੂੰ ਖਾਸ ਕਰਕੇ ਕਿ ਬਹੁਪਦ ਕਿਹੜਾ ਹੈਗਾ ਤੇ ਸਮੀਕਰਨ ਕਿਹੜਾ ਹੈਗਾ। बहुपद ਤੇ ਸਮੀਕਰਨ ਦੇ ਵਿਚਕਾਰ ਮੈਂ ਇੱਥੇ ਇੱਕ ਹੋਰ ਉਦਾਹਰਨ ਲੈਣਾ, ਇਹਨੂੰ ਬਰਾਬਰ 3 ਕਰ ਦਿੰਦਾ। ਠੀਕ ਹੈ ਜੀ। ਜਦੋਂ ਇਹ ਆਮ ਭਾਸ਼ਾ ਦੇ ਵਿੱਚ ਅਸੀਂ ਕਿਸੇ ਵਿਦਿਆਰਥੀ ਨੂੰ ਸਮਝਾਉਣਾ ਹੋਵੇ ਕਿ ਬਹੁਪਦ ਤੇ ਸਮੀਕਰਨ ਦੇ ਵਿੱਚ ਕੀ ਅੰਤਰ ਹੈ ਤਾਂ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਬੇਟਾ ਜਿੱਥੇ ਬਰਾਬਰ ਦਾ ਨਿਸ਼ਾਨ ਹੁੰਦਾ ਹੈ ਉਹ ਸਮੀਕਰਨ ਹੈ। ਠੀਕ ਹੈ। ਜੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਸਮੀਕਰਨ ਨੂੰ ਬੋਲਦੇ ਇਕੁਏਸ਼ਨ। ਇਕੁਏਸ਼ਨ ਦੇ ਵਿੱਚ ਸ਼ਬਦ ਆਉਂਦਾ ਇਕੁਏਟ। ਇਕੁਏਟ ਦਾ ਮਤਲਬ ਹੁੰਦਾ ਬਰਾਬਰ, यानी कि इक्वेशन ਉਹ ਚੀਜ਼ ਹੈ ਜਿਹਦੇ ਵਿੱਚ ਬਰਾਬਰ ਦਾ ਨਿਸ਼ਾਨ ਹੋਵੇ ਉਹਨੂੰ ਆਪਾਂ ਇਕੁਏਸ਼ਨ ਕਹਿੰਦੇ ਆ। ਅੱਛਾ, ਬੱਚਾ ਉਸ ਟਾਈਮ ਇਹ ਚੀਜ਼ ਸਮਝ ਜਾਂਦਾ ਹੈ, ਲੇਕਿਨ ਜਦੋਂ ਮੈਂ ਉਹਨੂੰ ਬਹੁਪਦ ਕਰਾਉਣਾ ਆ ਤੇ ਇਕੁਏਸ਼ਨ ਦੋਨੋਂ ਚੀਜ਼ਾਂ ਇਕੱਠੀਆਂ ਕਰਾਉਣਾ ਆ ਤਾਂ ਬੱਚਾ ਹੱਥ ਖੜਾ ਕਰਕੇ ਇੱਕ ਸਵਾਲ ਪੁੱਛਦਾ ਹੈ, ਕਹਿੰਦਾ ਸਰ ਇੱਥੇ ਵੀ ਬਰਾਬਰ ਦਾ ਨਿਸ਼ਾਨ ਹੈ, ਇੱਥੇ ਵੀ ਬਰਾਬਰ ਦਾ ਨਿਸ਼ਾਨ ਹੈ, ਤੇ ਫਿਰ ਮੈਨੂੰ ਇਹ ਦੱਸਿਆ ਜਾਵੇ ਕਿ ਕੀ ਆ ਦੋਵੇਂ ਸਮੀਕਰਨ ਨੇ, ਇਹਨੂੰ ਤੁਸੀਂ ਬਹੁਪਦ ਕਹਿ ਰਹੇ ਹੋ, ਇਹਨੂੰ ਸਮੀਕਰਨ ਕਹਿ ਰਹੇ ਹੋ ਤੇ ਨਿਸ਼ਾਨ ਦੋਨਾਂ 'ਚ ਬਰਾਬਰ ਦਾ ਪਿਆ ਹੋਇਆ ਹੈ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰਾਂਗਾ, ਇੱਥੇ ਬਰਾਬਰ ਦਿੱਤਾ ਗਿਆ 3 जो कि एक मूल्य है, एक निश्चित कीमत है। 2x जमा 1 लिख लो या 3 लिख लो, इको ही गल है क्योंकि ये दोनों आपस दे विच बराबर ने। इत्थे 2x जमा 1 दा नाम है, px जो है वो 2x जमा 1 दा नाम लिखा गया है। ये नाम ਇਹਦੇ बराबर है। ये नाम की है पॉलिनोमियल इन x, p फॉर पॉलिनोमियल इन x, यानी कि ਉਹ ਵਾਲਾ ਬਹੁਪਦ ਜਿਹੜਾ x ਦੀ ਟਰਮ ਦੇ ਵਿੱਚ ਲਿਖਿਆ ਜਾ ਰਿਹਾ ਉਹਨੂੰ ਉਹਨੇ ਲਿਖਿਆ 2x ਜਮਾ 1। ਠੀਕ ਹੈ ਜੀ। ਜੇ ਇਸੇ ਚੀਜ਼ ਨੂੰ ਉਹਨੇ ਚੇਂਜ ਕਰਨਾ ਹੋਵੇ ਉਹ ਲਿਖੇਗਾ py ਬਰਾबर 2y ਜਮਾ 1। ਜੋ ਲਿਖੇਗਾ pa ਉਹ ਲਿਖੇਗਾ 2a ਜਮਾ 1। ਠੀਕ ਹੈ ਜੀ। ਸੋ ਮੇਰੇ ਖਿਆਲ ਨਾਲ ਤੁਹਾਨੂੰ ਇਹ ਚੀਜ਼ ਵੀ ਕਲੀਅਰ ਹੋਈ ਹੋਏਗੀ ਕਿ ਬਹੁਪਦ ਤੇ ਸਮੀਕਰਨ ਦਾ ਆਪਸ ਦੇ ਵਿੱਚ ਕੀ ਰਿਸ਼ਤਾ ਹੁੰਦਾ ਹੈ। ਠੀਕ ਹੈ। ਚਲੋ ਵਿਦਿਆਰਥੀਓ, ਹੁਣ ਅਸੀਂ ਦੁਬਾਰਾ ਆਪਣੇ ਬੇਸਿਕ ਕਨਸੈਪਟ ਵੱਲ ਆਈਏ। ਬਹੁਪਦਾਂ ਦੀ ਗੱਲ ਕਰ ਰਹੇ ਸੀ, ਰੇਖੀ ਬਹੁਪਦ ਦੀ। ਇਹਦੇ ਵਿੱਚ ਵਿਦਿਆਰਥੀਓ ਅਸੀਂ ਕੀਮਤਾਂ ਭਰ ਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੀਮਤ ਭਰਦੇ ਹਾਂ x ਬਰਾबर 1। ਇਹਦੇ ਵਿੱਚ x ਬਰਾबर 1 ਭਰ ਕੇ ਦੇਖੋ, p1 ਬਰਾबर ਹੈ 2 ਗੁਣਾ 1 ਜਮਾ 1। 2 ਏਕਮ 2 ਜਮਾ 1, 2 ਤੇ 1 3। यानी कि जे इस बहुपद ਦੇ ਵਿੱਚ x ਦੀ ਕੀਮਤ ਨੂੰ 1 ਭਰਿਆ ਜਾਵੇ ਤਾਂ 2 ਏਕਮ 2 ਤੇ 1 3 ਜਿਹੜਾ ਹੈਗਾ ਮੇਰੇ ਕੋਲ ਉੱਤਰ ਆਉਂਦਾ ਹੈ। ਜੇਕਰ x ਦੀ ਕੀਮਤ ਨੂੰ ਇਹਦੇ ਵਿੱਚ 2 ਭਰ ਦਿੱਤਾ ਜਾਵੇ ਫਿਰ ਇਹਨੂੰ ਲਿਖਾਂਗਾ p2 ਬਰਾबर ਹੈ 2 ਗੁਣਾ 2 ਜਮਾ 1। 2 दूनी 4 जमा 1 बराबर 5। फिर इधर आना मैं भरता है जी कीमत नू x बराबर -1 बटा 2। मैं टर्म्स इस करके ले लिया, देखो सीधियां टर्म्स ने। एक मैं थोड़ी जी फ्रैक्शन वाली टर्म्स ले ली है, यानी कि भिन्न एक ले लिया मैं। उन्हें भी करके देखते हैं। p -1 बटा 2 दे विच कीमत भरो ये बेटा 2 गुणा -1 बटा 2 जमा 1। 2 ना 2 कैंसल, ये आ जाएगा -1 जमा 1 बराबर 0। ये दिन वखरे वखरे सम असीं इस करके लए हैं ताकि असी 0 ਨੂੰ समझ सके कि बहुपद ਦਾ 0 ਕੀ ਚੀਜ਼ ਹੁੰਦਾ ਹੈ। ਆਓ ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਲਿਆ ਜੀ px ਬਰਾबर 2x ਜਮਾ 1। ਇਹਦੇ ਵਿੱਚ ਜਦੋਂ x ਦੀ ਕੀਮਤ 1 ਭਰੀ ਤਾਂ ਇਸ ਦਾ ਮੁੱਲ ਜੋ ਹੈ ਉਹ ਕਿੰਨਾ ਆਇਆ? 3 ਆਇਆ ਇਸ ਦਾ ਮੁੱਲ। ਠੀਕ ਹੈ ਜੀ। ਜਦੋਂ x ਦੀ ਕੀਮਤ 2 ਭਰੀ ਗਈ ਹੈ ਤਾਂ ਇਸ ਦਾ ਮੁੱਲ ਜਿਹੜਾ ਹੈ ਉਹ ਕਿੰਨਾ ਆਇਆ? 5 ਆਇਆ। ਤੇ ਜਦੋਂ x ਦੀ ਕੀਮਤ ਘਟਾਓ 1/2 ਭਰੀ ਗਈ ਹੈ ਤਾਂ ਇਸ ਦਾ ਮੁੱਲ ਜੋ ਹੈ ਉਹ ਕਿੰਨਾ ਆਇਆ? 0 ਆਇਆ। ਠੀਕ ਹੈ। ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਲਾਸਟ ਹੈ ਇਹ ਸਾਡੇ ਲਈ ਸਭ ਤੋਂ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ? ਕਿਉਂਕਿ ਜਦੋਂ ਅਸੀਂ ਇਸ ਬਹੁਪਦ ਦੇ ਵਿੱਚ, ਇਸ ਰੇਖੀ ਬਹੁਪਦ ਦੇ ਵਿੱਚ x ਦੀ ਕੀਮਤ ਨੂੰ ਘਟਾਓ 1/2 ਭਰਿਆ ਤਾਂ ਅਸੀਂ ਇਹ ਦੇਖਿਆ ਕਿ ਇਹ ਬਹੁਪਦ ਕੀ ਬਣ ਗਿਆ? 0 ਬਣ ਗਿਆ। ਇਸ ਦਾ ਮਤਲਬ ਇਹ ਹੈ
कि घटाओ 1/2 जो है वो px दा सिफर है। ठीक है जी। देखो px ਦਾ ਸਿਫਰ ਕਿਉਂ ਕਿਹਾ ਹੈ ਇਹਨੂੰ, ਕਿਉਂਕਿ ਉਹ ਕੀਮਤ ਜਿਹੜੀ ਕਿਸੇ ਬਹੁਪਦ ਦੇ ਵਿੱਚ ਭਰਨ ਤੋਂ ਉਪਰੰਤ ਉਸ ਨੂੰ ਸਿਫਰ ਕਰ ਦੇਵੇ ਉਸ ਨੂੰ ਉਸ ਬਹੁਪਦ ਦਾ ਸਿਫਰ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਜੋ ਆਪਾਂ ਹੁਣੇ ਇੱਥੇ ਲੈ ਕੇ ਚੱਲੇ ਆ, ਸਾਡੇ ਕੋਲ ਇੱਕ ਰੇਖੀ ਬਹੁਪਦ ਹੈ 2x ਜਮਾ 1। ਇਸ 2x ਜਮਾ 1 ਦੇ ਵਿੱਚ ਜਦੋਂ ਮੈਂ x ਦੀ ਕੀਮਤ ਘਟਾਓ 1/2 ਭਰੀ ਹੈ ਤਾਂ ਇਹਦੇ ਵਿੱਚ ਇਹਦੀ ਕੀਮਤ ਕਿੰਨੀ ਆ ਗਈ, ਸਿਫਰ ਆ ਗਈ। ਇਸ ਬਹੁਪਦ ਦੀ ਕੀਮਤ ਕਿੰਨੀ ਆ ਗਈ, ਸਿਫਰ ਆ ਗਈ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਘਟਾਓ 1/2 ਜੋ ਹੈ ਉਹ px ਦਾ ਸਿਫਰ ਹੈ। x ਦੀ ਕੀਮਤ ਰੇਖੀ ਬਹੁਪਦ ਦੀ ਗੱਲ ਕੀਤੀ ਹੈ, ਉਹਦੀ ਆਪਾਂ ਇੱਕ ਹੋਰ ਟਰਮ ਲੈ ਲੈਂਦੇ ax b। ਅੱਛਾ ਵਿਦਿਆਰਥੀਓ ax b ਆ, ਇਹਦੇ ਵਿੱਚ ਮੈਂ ਇਹਦਾ ਸਿਫਰ ਜਿਹੜਾ ਹੈਗਾ ਆ px ਦਾ ਸਿਫਰ, ਇਸ ਕੇਸ ਦੀ ਗੱਲ ਕਰ ਰਹੇ ਹਾਂ। ਉਹ ਕੀ ਆਏਗਾ ਤੁਸੀਂ ਚੈੱਕ ਕਰਕੇ ਦੇਖੋ, ਇਹਨੂੰ ਇਹ ਤੁਹਾਡੇ ਕੋਲ ਆਏਗਾ -b/a है। ठीक है, px बराबर ax जमा b, px ਦਾ ਸਿਫਰ -a/b है। ਤੁਸੀਂ ਜੇ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਚੈੱਕ ਵੀ ਕਰ ਸਕਦੇ ਹੋ। -b/a ਬਰਾਬਰ a ਗੁਣਾ ਘਟਾਓ b/a ਜਮਾ b, a ਦੇ ਨਾਲ ਇਹ ਕੈਨਸਲ, ਇਹ ਆ ਗਿਆ ਵਿਦਿਆਰਥੀਓ ਤੁਹਾਡੇ ਕੋਲ b ਜਮਾ b -b ਜਮਾ b ਬਰਾਬਰ ਸਿਫਰ। ਇਹਦਾ ਮਤਲਬ -b/a ਨੇ ਇਸ px ਨੂੰ ਸਿਫਰ ਕਰ ਦਿੱਤਾ ਹੈ। ਇਸ ਕਰਕੇ px ਜਿਹੜਾ ਹੈਗਾ -b/a ਜਿਹੜਾ ਹੈਗਾ ਇਸ px ਦਾ ਸਿਫਰ ਬਣਦਾ ਹੈ। ਠੀਕ ਹੈ ਜੀ, ਇਹ ਚੀਜ਼ ਹੋ ਗਈ ਆਪਣੇ ਕੋਲ, ਇਹਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਆ। ਕੀ ਇਹ ਪੋਸੀਬਲ ਹੈ ਕਿ ਅਸੀਂ ਬਿਨਾ ਇਹਨੂੰ ਕੈਲਕੂਲੇਟ ਕੀਤੇ, ਬਿਨਾ ਇਸ ਤਰੀਕੇ ਨਾਲ ਹੱਲ ਕੀਤੇ ਵੀ ਇਹਨੂੰ ਦੱਸ ਸਕੀਏ? ਬਿਲਕੁਲ ਪੋਸੀਬਲ ਹੈ। ਜਿਹੜਾ ਰੇਖੀ ਸਮੀਕਰਨ ਦੇ ਕੇਸ ਦੇ ਵਿੱਚ ਜਿਹੜਾ ਸਿਫਰ ਹੁੰਦਾ ਹੈ ਉਹ ਕਿਹਦੇ ਬਰਾਬਰ ਹੁੰਦਾ ਹੈ? ਉਹ ਹੁੰਦਾ ਹੈ ਘਟਾਓ ਅਚਲ बटा x ਦਾ ਗੁਣਾਂਕ। ਦੇਖੋ ਇਹਨੂੰ ਚੈੱਕ ਕਰਨਾ ਚਾਹੁੰਦੇ ਹੋ ਤੁਸੀਂ ਹੁਣੀ ਚੈੱਕ ਕਰ ਸਕਦੇ ਹੋ। ਦੇਖੋ ਇਹਦੇ ਵਿੱਚ ਇਸ ਕੇਸ ਦੇ ਵਿੱਚ ਕੀ ਸੀਗਾ ਜੀ, ਮਾਈਨਸ ਅਚਲ ਘਟਾਓ ਅਚਲ ਕਿੰਨਾ ਹੈ ਜੀ, ਜਿਹਦੀ ਕੀਮਤ ਫਿਕਸ ਹੁੰਦੀ ਹੈ ਉਹ ਹੈ b, ਇਹਦਾ ਮਤਲਬ ਘਟਾਓ b, ਤੇ x ਦਾ ਗੁਣਾਂਕ ਕਿੰਨਾ ਆ a, ਉਹ ਆ ਗਿਆ -b/a। ਜੇ ਤੁਸੀਂ ਇਹਦੀ ਉਦਾਹਰਣ ਲੈ ਕੇ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਲਓ, ਮੈਂ ਇਹਦੀ ਉਦਾਹਰਣ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹਦੇ ਉੱਪਰ ਹੀ। ਅਸੀਂ ਇਹਦੀ ਇੱਕ ਇਹ ਤਾਂ ਜਨਰਲ ਟਰਮਸ ਯੂਜ਼ ਕੀਤੀ ਸੀ ਮੈਂ, px ਬਰਾਬਰ ax b। ਹੁਣ ਆਪਾਂ ਇਹਦੀ ਇੱਕ ਉਦਾਹਰਨ ਲੈ ਲੈਂਦੇ ਆ ਬਰਾਬਰ 3x ਜਮਾ 1। ਠੀਕ ਹੈ ਜੀ, ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹਦਾ ਸਿਫਰ ਇਸ ਫਾਰਮੂਲੇ ਦੇ ਨਾਲ ਕੱਢਦਾ, ਸਿਫਰ ਬਰਾਬਰ ਮਾਈਨਸ ਅਚਲ ਕਿੰਨਾ ਹੈ ਜੀ 1 ਹੈ, ਬਟਾ x ਦਾ ਗੁਣਾਂਕ 3 ਯਾਨੀ ਕਿ -1/3 ਜਿਹੜਾ ਹੈਗਾ ਆ ਇਹਦਾ ਸਿਫਰ ਹੋਵੇਗਾ। ਤੁਸੀਂ ਇਸ ਨੂੰ ਆਪਣੇ ਲੈਵਲ ਦੇ ਉੱਤੇ ਚੈੱਕ ਕਰਕੇ ਦੇਖੋ ਕਿ ਕੀ ਇਹਦਾ ਸਿਫਰ ਜਿਹੜਾ ਹੈਗਾ ਆ ਇਸੇ ਤਰੀਕੇ ਨਾਲ ਆਉਂਦਾ ਹੈ। ਠੀਕ ਹੈ ਜੀ, ਇਹਦੇ ਵਿੱਚ ਹੁਣ ਇੱਕ ਚੀਜ਼ ਕਲੀਅਰ ਆ ਗਈ ਕਿ ਰੇਖੀ ਸਮੀਕਰਨ ਜਿਹੜੇ ਸਮੀਕਰਨ ਬੋਲ ਗਿਆ, ਰੇਖੀ ਬਹੁਪਦ ਦਾ ਜਿਹੜਾ ਸਿਫਰ ਹੈ ਉਹ ਵਿਦਆਊਟ ਕੈਲਕੂਲੇਸ਼ਨ ਜਿਹੜਾ ਹੈਗਾ ਆਪਾਂ ਕੱਢ ਸਕਦੇ ਹਾਂ। ਅੱਛਾ ਦੱਸੋ ਕੀ ਇਹ ਪੋਸੀਬਲ ਹੈ ਕਿ ਦੋ ਘਾਤੀ ਸਮੀਕਰਨ ਦਾ ਵੀ ਕੱਢ ਸਕੀਏ? ਤੁਸੀਂ ਸੋਚੋ, ਉਹਦੀ ਜ਼ਿਕਰ ਆਪਾਂ ਆਪਣੇ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਫਿਲਹਾਲ ਇਹ ਠੀਕ ਹੈ ਵਿਦਿਆਰਥੀਓ, ਚਲੋ ਇਹਨੂੰ ਰੱਬ ਕਰਦੇ ਹਾਂ ਤੇ ਇਸ ਤੋਂ ਅੱਗੇ ਚੱਲਦੇ ਹਾਂ ਦੁਬਾਰਾ ਫਿਰ। ਵਿਦਿਆਰਥੀਓ ਹੁਣ ਅਸੀਂ ਇੱਕ ਦੋ ਘਾਤੀ ਬਹੁਪਦ ਲੈ ਕੇ ਦੇਖਦੇ ਹਾਂ। ਦੋ ਘਾਤੀ ਬਹੁਪਦ ਹੈ 3x ਦੀ ਘਾਤ 2 ਜਮਾ 2x ਜਮਾ 1। ਇੱਕ ਦੋ ਘਾਤੀ ਬਹੁਪਦ ਹੈ। ਇਸ ਨੂੰ ਦੋ ਘਾਤੀ ਬਹੁਪਦ ਕਿਉਂ ਕਿਹਾ ਗਿਆ ਹੈ? ਕਿਉਂਕਿ ਇਸ ਦੀ ਘਾਤ ਕਿੰਨੀ ਹੈ? 2 ਹੈ। ਠੀਕ ਹੈ। ਅੱਛਾ, ਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ? ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ x ਦੀ ਕੀਮਤ 1 ਪਤਾ ਕਰਕੇ ਇਸ ਦਾ ਮੁੱਲ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਆਏਗਾ ਜੀ 3x ਦੀ ਘਾਤ 2 ਜਮਾ 2 1 ਜਮਾ 1। 3 ਗੁਣਾ x ਦੀ ਜਗ੍ਹਾ 1 ਭਰਿਆ ਹੈ, ਇਸ ਕਰਕੇ 1 ਦੀ ਘਾਤ 2 ਜਮਾ x ਦੀ ਜਗ੍ਹਾ 1 ਭਰਿਆ ਹੈ, ਇਸ ਕਰਕੇ 2x ਜਮਾ 1। ਇਹ ਕਿੰਨਾ ਆਏਗਾ ਵਿਦਿਆਰਥੀਓ? 3 ਜਮਾ 2 ਜਮਾ 1 ਬਰਾਬਰ 3 ਤੇ 2 5 ਤੇ 1 6 ਜਿਹੜਾ ਹੈ। ਇਹਦਾ ਮਤਲਬ ਜਦੋਂ ਅਸੀਂ ਇਸ ਦੋ ਘਾਤੀ ਬਹੁਪਦ ਦੇ ਵਿੱਚ x ਦੀ ਕੀਮਤ ਨੂੰ 1 ਭਰਦੇ ਹਾਂ ਤਾਂ ਸਾਡੇ ਕੋਲ ਮੁੱਲ ਕਿੰਨਾ ਆ ਜਾਂਦਾ ਹੈ? ਉਸਦਾ ਮੁੱਲ ਕਿੰਨਾ ਆ ਜਾਂਦਾ? 6 ਆ ਜਾਂਦਾ ਹੈ। ਠੀਕ ਹੈ ਜੀ, ਇਸੇ ਤਰੀਕੇ ਦੇ ਨਾਲ ਅਸੀਂ ਇੱਕ ਤਿੰਨ ਘਾਤੀ ਬਹੁਪਦ ਲੈਂਦੇ ਹਾਂ, px ਬਰਾਬਰ 3x ਦੀ ਘਾਤ 3 ਜਮਾ 3x। ਠੀਕ ਹੈ ਜੀ। ਅੱਛਾ, ਯਾਦ ਰੱਖਣਾ ਵਿਦਿਆਰਥੀਓ, ਇਹ ਅਸੀਂ ਇੱਕ ਤਿੰਨ ਘਾਤੀ ਬਹੁਪਦ ਲਈ ਹੈ, ਲੇਕਿਨ ਇਸ ਦੇ ਪਦ ਕਿੰਨੇ ਹਨ? 2 ਹਨ। ਠੀਕ ਹੈ ਜੀ। ਚਲੋ ਹੁਣ ਅਸੀਂ ਕੀ ਕਰਦੇ ਹਾਂ, ਇਸ ਦੇ ਵਿੱਚ ਵੀ ਅਸੀਂ ਚਲੋ 2 ਭਰ ਕੇ ਦੇਖ ਲੈਂਦੇ ਹਾਂ ਜੀ। ਇਹ ਕਿੰਨਾ ਆਏਗਾ ਜੀ? 3 ਗੁਣਾ 2 ਦੀ ਘਾਤ 3 ਜਮਾ 3 ਗੁਣਾ 2
ये आएगा जी 3 3 गुणा 2 दूनी 4 दूनी 8 जमा 3 दूनी 6 ये आ जाएगा जी 24 जमा 6 बराबर 30। इस दा अर्थ यह होया कि जदों असी इस 3 घाती बहुपद दे विच x की जो कीमत है वो 2 भरते हां ਤਾਂ ਸਾਡੇ ਕੋਲ P2 ਬਰਾਬਰ ਕਿੰਨਾ ਆਂਦਾ 30 ਆਂਦਾ। ਇਸ ਦਾ ਮਤਲਬ ਸਾਡੇ ਕੋਲ ਇਸ ਦਾ ਮੁੱਲ ਕਿੰਨਾ ਆ ਜਾਂਦਾ ਹੈ, ਇਸ ਦਾ ਮੁੱਲ ਸਾਡੇ ਕੋਲ ਆਂਦਾ ਹੈ 30। ਤਾਂ ਫਿਰ ਬੇਸਿਕ ਤੇ ਆਣਾ ਹੈ ਰੇਖੀ ਬਹੁਪਦ ਜਿਹੜਾ ਹੈਗਾ ਉਹ ਹੁੰਦਾ ax b ਜਿਹੜਾ 2 ਘਾਤੀ ਆ 2 ਘਾਤੀ ਬਹੁਪਦ ਨੂੰ ਆਪਾਂ ਲਿਖਦੇ ਆ ax ਸਕੁਅਰ bx c। 3 ਘਾਤੀ ਬਹੁਪਦ ਨੂੰ ਲਿਖਦੇ ਆ 3 ਘਾਤੀ ਬਹੁਪਦ ਨੂੰ ਲਿਖਾਂਗੇ ax ਦੀ ਘਾਤ 3 ਜਮਾ bx ਦੀ ਘਾਤ 2 ਜਮਾ cx ਜਮਾ d। ਅੱਛਾ ਪਿਆਰੇ ਵਿਦਿਆਰਥੀਓ ਇਹਦੇ ਵਿੱਚ ਇੱਕ ਇੱਕ ਚੀਜ਼ ਮਿਸਿੰਗ ਹੈ, ਉਹ ਕੀ ਆ a 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ, a 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ, a 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਕਿਉਂ ਨਹੀਂ ਹੋਣਾ ਚਾਹੀਦਾ ਜੀ? ਕਿਉਂਕਿ ਜੇਕਰ ਇੱਥੇ a 0 ਦੇ ਬਰਾਬਰ ਹੋ ਗਿਆ ਤੇ ਰੇਖੀ ਬਹੁਪਦ ਨਹੀਂ ਰਹੇਗਾ, ਇਹ ਇਕੱਲਾ ਇੱਕ ਅਚਲ ਜਿਹੜੀ ਸੰਖਿਆ ਹੈ ਉਹ ਰਹਿ ਜਾਏਗੀ। 2 ਘਾਤੀ ਬਹੁਪਦ ਦੇ ਵਿੱਚ ਜੇਕਰ a 0 ਦੇ ਬਰਾਬਰ ਹੋ ਜਾਂਦਾ ਤੇ ਇਹ ਜਿਹੜਾ ਹੈਗਾ ਇਹ 2 ਘਾਤੀ ਨਹੀਂ ਰਹੇਗਾ, ਰੇਖੀ ਸਮੀਕਰਨ ਰਹਿ ਜਾਏਗਾ। ਜੇ ਇਹਦੇ ਵਿੱਚ a ਦੀ ਕੀਮਤ 0 ਹੋ ਜਾਂਦੀ ਹੈ ਤੇ 3 ਘਾਤੀ ਨਹੀਂ ਰਹੇਗਾ, 2 ਘਾਤੀ ਬਣ ਜਾਏਗਾ। ਠੀਕ ਹੈ, ਇਸ ਕਰਕੇ ਇਹ ਚੀਜ਼ ਨੂੰ ਨਾਲ ਦੇ ਨਾਲ ਸਮਝਣਾ ਚਾਹੀਦਾ ਹੈ। ਇਹ ਮੈਂ ਤੁਹਾਨੂੰ ਦੇਖੋ ਕਿਸੇ ਵੀ ਚੈਪਟਰ ਦੀ ਜਦੋਂ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਉਸ ਅਧਿਆਇ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਇੰਪੋਰਟੈਂਟ ਟਰਮਸ ਨੂੰ ਅਸੀਂ ਸਟਾਰਟਿੰਗ ਦੇ ਵਿੱਚ ਸਮਝ ਲਈਏ ਤਾਂ ਕਿ ਅੱਗੇ ਵਾਲੇ ਲੈਕਚਰ ਜਿਹੜੇ ਹੈਗੇ ਸਾਡੇ ਵਾਸਤੇ ਸਮੂਥ ਹੋ ਜਾਣ, ਵਧੀਆ ਤਰੀਕੇ ਨਾਲ ਹੋ ਜਾਣ ਤੇ ਆਪਾਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਸਮਝ ਵੀ ਸਕੀਏ। ਠੀਕ ਹੈ, ਚਲੋ ਇਹ ਵੀ ਜਿਹੜੀ ਇੰਪੋਰਟੈਂਟ ਚੀਜ਼ ਸੀ ਜਿਹੜੀ ਸਾਡੇ ਵਾਸਤੇ ਸੀ। ਹੁਣ ਪਾਉਂਦੇ ਆ ਨੈਕਸਟ ਇਹਨਾਂ ਦਾ ਜਮਾਇਤੀ ਰੂਪ। ਜਿਹੜੇ ਵੀ ਬਹੁਪਦ ਵਿਦਿਆਰਥੀਓ ਸਾਡੇ ਕੋਲ ਦਿੱਤੇ ਗਏ ਹਨ ਉਹਨਾਂ ਦਾ ਜਮਾਇਤੀ ਰੂਪ ਵੀ ਸਾਨੂੰ ਨਾਲ ਦੇ ਨਾਲ ਸਮਝਣਾ ਚਾਹੀਦਾ ਹੈ। ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਇੱਕ ਰੇਖੀ ਬਹੁਪਦ ਚੂਜ਼ ਕਰਦੇ ਹਾਂ। ਸਾਡੇ ਕੋਲ ਰੇਖੀ ਬਹੁਪਦ ਹੈ px ਬਰਾਬਰ 2x ਜਮਾ 3। ਇਹ ਮੈਨੂੰ ਇੱਕ ਰੇਖੀ ਬਹੁਪਦ ਦਿੱਤਾ ਗਿਆ, ਮੈਂ ਇਹਨੂੰ ਲਿਖ ਲੈਣਾ y ਬਰਾਬਰ 2x ਜਮਾ 3। y ਜੋ ਹੈ ਉਹ px ਨੂੰ ਸਟੈਂਡ ਕਰ ਰਿਹਾ ਇਸ ਟਾਈਮ। ਠੀਕ ਹੈ ਜੀ, y ਬਰਾਬਰ 2x ਜਮਾ 3 ਹੈ ਆਪਣੇ ਕੋਲ। ਇਹਦੇ ਵਿੱਚ ਕੀ ਕਰਾਂਗਾ, ਇੱਕ ਛੋਟਾ ਜਿਹਾ ਬਾਕਸ ਤਿਆਰ ਕਰਾਂਗਾ। ਇਸ ਬਾਕਸ ਦੇ ਵਿੱਚ ਮੈਂ x ਤੇ y ਦੀਆਂ ਕੀਮਤਾਂ ਨੂੰ ਭਰ ਕੇ ਦੇਖਦਾ ਹੈ। ਜਿਵੇਂ ਅਸੀਂ ਇਹਦੇ ਵਿੱਚ ਕੀ ਕਰਾਂਗੇ, ਆਪਾਂ ਥੋੜੀ ਦੇਰ ਪਹਿਲਾਂ ਦੇਖਿਆ 9th ਕਲਾਸ ਦੇ ਵਿੱਚ ਵੀ ਇਹ ਚੀਜ਼ ਆਪਾਂ ਕੀਤੀ ਆ ਕਿ x ਦੀ ਕੀਮਤ ਭਰੋ ਤੇ y ਦੀ ਕੀਮਤ ਕੱਢੋ, ਯਾਨੀ ਕਿ px ਦੀ ਕੀਮਤ ਕੱਢੋ। ਸਭ ਤੋਂ ਪਹਿਲਾਂ ਕੀ ਕਰਦੇ ਆ, ਅਸੀਂ x ਦੀ ਕੀਮਤ ਨੂੰ -3/2 ਭਰਦੇ ਆ। ਠੀਕ ਹੈ ਜੀ, ਤੁਸੀਂ ਕਹੋਗੇ -3/2 ਕਿਉਂ ਭਰੀ ਆ, ਇਹ ਮੈਂ ਤੁਹਾਨੂੰ ਦੱਸ ਦਿੰਦਾ ਹੁਣ ਕਿਉਂ ਭਰੀ ਆ। ਕਿਉਂਕਿ y ਦੀ ਕੀਮਤ ਜਦੋਂ ਤੁਸੀਂ 2 -3/2 ਕੱਢੋਗੇ ਤਾਂ ਤੁਹਾਡੇ ਕੋਲ ਆ ਕਟਿੰਗ -3 ਜਮਾ 3 ਬਰਾबर 0 ਆ ਜਾਏਗਾ। ਇਹਦਾ ਮਤਲਬ x ਦੀ ਕੀਮਤ -3/2 ਹੋਏਗੀ ਤਾਂ y ਦੀ ਕੀਮਤ ਕਿੰਨੀ ਹੋ ਜਾਏਗੀ, 0 ਹੋ ਜਾਏਗੀ। ਇਸੇ ਤਰੀਕੇ ਨਾਲ ਪਿਆਰੇ ਵਿਦਿਆਰਥੀਓ ਜੇਕਰ ਤੁਸੀਂ x ਦੀ ਕੀਮਤ ਨੂੰ 0 ਯਾਨੀ ਕਿ 0 ਭਰ ਦੋਗੇ ਤਾਂ y ਦੀ ਕੀਮਤ ਜਿਹੜੀ ਹੈਗੀ ਤੁਹਾਡੇ ਕੋਲ ਕੱਲੀ 3 ਰਹਿ ਜਾਏਗੀ, ਯਾਨੀ ਕਿ x ਨੂੰ 0 ਭਰਿਆ ਤਾਂ y ਦੀ ਕੀਮਤ ਕਿੰਨੀ ਰਹਿ ਗਈ, 3 ਰਹਿ ਗਈ ਆ। ਠੀਕ ਹੈ, ਅੱਛਾ ਵਿਦਿਆਰਥੀਓ ਇਹ ਚੀਜ਼ ਤੁਸੀਂ ਕਹੋਗੇ ਕਿ ਬਈ ਸਰ ਇਹ ਚੀਜ਼ ਦੱਸੀ ਤਾਂ ਤੁਸੀਂ ਯਾਨੀ ਕਿ ਇਹ ਕਿਵੇਂ ਆਣੀ, ਕਿਦਾਂ ਆਣੀ, ਡਿਟੇਲ ਇਹਦੀ ਕੀ ਹੈਗੀ ਆ। ਇਹਦੀ ਡਿਟੇਲ ਨਹੀਂ, ਇਹ ਚੀਜ਼ ਅਸਲ ਦੇ ਵਿੱਚ ਕੀ ਹੈ, ਇਹ ਤੁਹਾਨੂੰ ਸਮਝਾਉਣ ਵਾਸਤੇ ਹੈ ਕਿ ਤੁਸੀਂ ਜੇਕਰ ਮੈਂ ਤੁਹਾਨੂੰ ਇਹ ਕਹਿ ਦਿੰਦਾ, ਸਿੱਧਾ ਹੀ ਬੋਲ ਦਿੰਦਾ, ਮੈਂ ਤੁਹਾਨੂੰ ਕਹਿੰਦਾ ਕਿ ਹਾਂਜੀ ਵਿਦਿਆਰਥੀਓ ਰੇਖੀ ਬਹੁਪਦ ਦਾ ਜਿਹੜਾ ਆਲੇਖ ਹੈ, ਜਿਹੜਾ ਉਹਦਾ ਗ੍ਰਾਫ ਹੈ ਉਹ ਇੱਕ ਸਿੱਧੀ ਰੇਖਾ ਹੁੰਦਾ ਹੈ, ਗੱਲ ਖਤਮ। ਤੁਸੀਂ ਫਿਰ ਕਹਿਣਾ ਸੀਗਾ ਕਿ ਸਰ ਸਿੱਧੀ ਰੇਖਾ ਤਾਂ ਹੁੰਦਾ ਲੇਕਿਨ ਹੁੰਦਾ ਕਿਵੇਂ ਹੈ, ਉਹਨੂੰ ਕਰਕੇ ਤਾਂ ਦਿਖਾਓ। ਇਸ ਕਰਕੇ ਮੈਂ ਕੀ ਕੀਤਾ, ਉਹਦੀਆਂ ਕੀਮਤਾਂ ਕੱਢ ਲਈਆਂ। ਇਹ ਮੇਰੇ ਕੋਲ ਬਹੁਪਦ ਸੀਗਾ, ਇਸ ਬਹੁਪਦ ਦੇ ਵਿੱਚ x ਦੀ ਕੀਮਤ ਆਪ ਮੰਨੀ ਗਿਆ ਆਪਣੇ ਵੱਲੋਂ, ਮੈਂ ਇਹ 2 ਮੰਨੀਆਂ ਨੇ, ਤੁਸੀਂ ਜਿਹੜੀ ਮਰਜ਼ੀ ਮੰਨ ਲਓ, ਇਹਦੇ ਵਿੱਚ ਕੋਈ ਡਾਊਟ ਨਹੀਂ, ਤੁਸੀਂ ਜਿਹੜੀ ਮਰਜ਼ੀ ਕੀਮਤ ਮੰਨ ਸਕਦੇ ਹੋ। y ਦੀ ਕੀਮਤ ਜਿਹੜੀ ਹੈਗੀ ਇਹ ਕੱਢ ਲੈਣੀ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਕਰਨਾ, ਇੱਥੇ ਇੱਕ ਛੋਟਾ ਜਿਹਾ ਆਪਾਂ ਆਲੇਖ ਬਣਾਉਂਦੇ ਆ। ਅੱਛਾ, ਇਹ ਆਲੇਖ ਬਣਾਉਣ ਦਾ ਵੀ ਸਾਡਾ ਅਰਥ ਤੁਹਾਨੂੰ ਆਲੇਖ ਬਣਾਉਣਾ ਸਿਖਾਣਾ ਨਹੀਂ ਆ। ਠੀਕ ਹੈ ਜੀ, ਦੇਖੋ ਹਰੇਕ ਅਧਿਆਇ ਦੀ ਆਪਣੀਆਂ ਜਿਹੜੀਆਂ ਹੁੰਦੀਆਂ ਰੁਚੀਆਂ ਹੁੰਦੀਆਂ ਨੇ। ਜਦੋਂ ਆਲੇਖ ਵਾਲਾ ਅਧਿਆਇ ਆਏਗਾ ਤੁਸੀਂ ਉਹਦੇ ਵਿੱਚ ਆਲੇਖ ਨੂੰ ਬੜੇ ਵਧੀਆ ਤਰੀਕੇ ਨਾਲ ਕਰੋਗੇ, ਲੇਕਿਨ ਜਿਹੜਾ ਇਹ ਵਾਲਾ ਅਧਿਆਇ ਹੈ, ਇਸ ਅਧਿਆਇ ਦੇ ਵਿੱਚ ਆਲੇਖ ਅਸੀਂ ਸਿਰਫ ਸਮਝਣ ਵਾਸਤੇ ਕਰ ਰਹੇ ਹਾਂ, ਇਹਦਾ ਐਗਜ਼ਾਮੀਨੇਸ਼ਨ ਪੁਆਇੰਟ ਵੀ ਨਹੀਂ ਹੈ, ਇਹ ਸਿਰਫ ਸਮਝਣ ਵਾਸਤੇ ਆ ਕਿ ਜੇਕਰ ਤੁਸੀਂ ਇਹਦੇ ਉੱਤਰ ਨੂੰ ਸਮਝਣਾ ਚਾਹੁੰਦੇ ਹੋ ਪਹਿਲਾਂ ਤੁਹਾਨੂੰ ਉਹਦਾ ਬੇਸ ਸਮਝਣਾ ਪਏਗਾ। ਠੀਕ ਹੈ, ਇਹ ਆਲੇਖ ਦੇ ਵਿੱਚ ਆਪਾਂ ਇੱਥੇ x ਲੈ ਲਿਆ, ਇਹਨੂੰ y ਲੈ ਲਿਆ, ਇੱਧਰ ਘਟਾਓ x ਆ ਗਿਆ, ਇੱਧਰ ਘਟਾਓ y ਆ ਗਿਆ। ਠੀਕ ਹੈ ਪਿਆਰੇ ਵਿਦਿਆਰਥੀਓ, ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਅਸੀਂ ਇਹਦੀ ਸਭ ਤੋਂ ਵੱਡੀ ਟਰਮ ਕੀ ਆ, 3 ਹੈ, ਸਭ ਤੋਂ ਛੋਟੀ 0 ਹੈ, ਇਸ ਕਰਕੇ ਆਪਾਂ ਇਹਨੂੰ 3 ਤੱਕ ਤੋੜ ਲੈਂਦੇ ਆ। 1 2 3 1 2 3 -1 -2 -3 -1
-2 -3 ਖੱਬੇ ਪਾਸੇ ਸਾਈਨ ਕਨਵੈਨਸ਼ਨ ਜਿਹੜੀ ਹੁੰਦੀ ਆ ਉਹ ਨੈਗੇਟਿਵ ਹੁੰਦੀ ਆ ਤੇ ਹੇਠਲੀ ਸਾਈਡ ਦੀ ਸਾਈਨ ਕਨਵੈਨਸ਼ਨ ਜਿਹੜੀ ਹੁੰਦੀ ਆ ਉਹ ਨੈਗੇਟਿਵ ਹੁੰਦੀ ਆ। ਠੀਕ ਹੈ ਜੀ। ਹੁਣ 3/2 ਕੀ ਹੁੰਦਾ ਹੈ? ਆਮ ਭਾਸ਼ਾ 'ਚ ਕਹੀਏ ਤਾਂ 3/2 1.5 ਯਾਨੀ ਕਿ 1.5 ਕਿਉਂਕਿ ਘਟਾਉਂਦਾ ਹੈ ਇਸ ਕਰਕੇ ਇਹ ਆ ਚੀਜ਼ ਆ ਗਈ। ਤੇ y ਜਿਹੜਾ y ਕਿੰਨਾ ਹੈ? 0 ਹੈ। ਇਹਦਾ ਮਤਲਬ x ਤੋਂ ਦੇ ਵਿੱਚ y ਦੀ ਕੀਮਤ 0 ਹੁੰਦੀ ਹੈ। ਇਹਦਾ ਮਤਲਬ ਬਿੰਦੂ ਕੀ ਹੋ ਗਿਆ? ਆ ਵਾਲਾ। ਇਸ ਬਿੰਦੂ ਦਾ ਨਾਮ ਹੈ -3/2, 0 ਆ ਬਿੰਦੂ ਦਾ ਨਾਮ ਹੋ ਗਿਆ। ਠੀਕ ਹੈ ਜੀ। ਦੂਸਰਾ ਬਿੰਦੂ ਕੀ ਹੈ? 0 x 0 ਕਿੱਥੇ ਹੈ ਜੀ? ਇੱਥੇ ਹੈ। y ਕਿੰਨਾ ਹੈ? 3 1 2 3 y ਕਿੰਨਾ ਹੋ ਗਿਆ ਜੀ? ਇੱਥੇ ਹੋ ਗਿਆ। ਇਸ ਬਿੰਦੂ ਦਾ ਨਾਮ ਹੈ 0,3 ਪਹਿਲੋ 0 ਫਿਰ 3 ਕਿਉਂਕਿ ਪਹਿਲੋ x ਫਿਰ y। ਹੁਣ ਇਹਨਾਂ ਨੂੰ ਜੋੜਦੇ ਹਾਂ। ਆ ਮੇਰੇ ਕੋਲ ਇੱਕ ਸਿੱਧੀ ਰੇਖਾ ਜਿਹੜੀ ਹੈਗੀ ਆ ਰੇਖੀ ਸਮੀਕਰਨ ਦੀ ਇੱਕ ਸਿੱਧੀ ਰੇਖਾ ਜਿਹੜੀ ਹੈਗੀ ਤਿਆਰ ਹੋ ਗਈ ਆ। ਤੇ ਇਹ ਸਿੱਧੀ ਰੇਖਾ ਦਾ ਖਾਸ ਗੱਲ ਕੀ ਹੈ ਬਣਾਉਣ ਦਾ? ਇਹ ਬਣਾਉਂਦਾ ਇਹ ਆ ਕਿ ਇੱਕ ਤਾਂ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦਾ ਕਿ ਕੋਈ ਵੀ ਬਹੁਪਦ ਦਾ ਆਲੇਖ x ਧੁਰੇ ਨੂੰ ਜਿੰਨੀ ਵਾਰ ਕੱਟੇਗਾ ਉਹਦੇ ਸਿਫਰਾਂ ਦੀ ਗਿਣਤੀ ਉਨੀ ਹੋਏਗੀ। ਠੀਕ ਹੈ ਜੀ। ਸਿਫਰਾਂ ਦੀ ਗਿਣਤੀ ਇਹਦਾ ਮਤਲਬ ਇਹ ਰੇਖਾ ਨੇ x ਧੁਰੇ ਨੂੰ ਇੱਕ ਵਾਰ ਕੱਟਿਆ ਹੈ। ਇਹਦਾ ਮਤਲਬ ਇਹਦੇ ਸਿਫਰਾਂ ਦੀ ਗਿਣਤੀ, ਵਿਦਿਆਰਥੀਓ ਯਾਦ ਰੱਖਣਾ ਮੈਂ ਗਿਣਤੀ ਦੀ ਗੱਲ ਕਰ ਰਿਹਾ। ਮੈਂ ਗਿਣਤੀ ਦੀ ਗੱਲ ਕਰ ਰਿਹਾ ਕਿ ਸਿਫਰਾਂ ਦੀ ਗਿਣਤੀ 1 ਹੋਏਗੀ। ਠੀਕ ਹੈ ਜੀ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਉੱਤਰ 1 ਹੋਏਗਾ। ਠੀਕ ਹੈ ਜੀ। ਉਹ 0 1 ਹੋਏਗਾ ਉਹਦੀ ਗੱਲ ਕਰ। ਤੇ ਫਿਰ 0 ਕੀ ਹੋਏਗਾ ਇਹਦਾ? ਠੀਕ ਹੈ ਜੀ। ਇਹਦਾ 0 ਕੀ ਹੋਏਗਾ? 0 ਇਹਦਾ ਹੋਏਗਾ ਕਿੱਥੇ ਆਏਗਾ? x ਧੁਰੇ ਦੇ ਉੱਤੇ ਜਿਸ ਬਿੰਦੂ ਤੇ ਕੱਟਦਾ ਹੈ ਉਹਦੇ ਵਿੱਚ x ਦਾ ਨਿਰਦੇਸ਼ਕ ਕਿੰਨਾ ਆ? -3/2 ਯਾਨੀ ਕਿ -3/2 ਜਿਹੜਾ ਹੈਗਾ ਆ ਇਹਦਾ ਉੱਤਰ ਆਏਗਾ। ਅਸੀਂ ਆਪਾਂ ਜਾਣਦੇ ਹਾਂ ਵੈਸੇ ਵੀ -3/2 ਜਦੋਂ ਇਹਦੇ ਵਿੱਚ x ਦੀ ਕੀਮਤ ਭਰੀ ਸੀ ਉਹ ਕੀ ਹੋ ਗਿਆ ਸੀ? 0 ਹੋ ਗਿਆ ਸੀਗਾ। ਇਹਦਾ ਮਤਲਬ ਇਸ ਜਿਹੜੇ ਬਹੁਪਦ ਦਾ 0 ਕੀ ਆ? -3/2 ਹੈ ਤੇ ਇਹਦੇ ਵਿੱਚ ਸਿਫਰਾਂ ਦੀ ਗਿਣਤੀ ਕਿੰਨੀ ਆ? 1 ਹੈ ਕਿਉਂਕਿ ਇਸ ਰੇਖਾ ਨੇ x ਧੁਰੇ ਨੂੰ ਇੱਕ ਵਾਰ ਕੱਟਿਆ ਆ। ਠੀਕ ਹੈ। ਚਲੋ 6 ਇਹਨਾਂ ਸਾਰੇ ਬਿੰਦੂਆਂ ਨੂੰ ਫ੍ਰੀ ਹੈਂਡ ਦੇ ਨਾਲ ਜੋੜਨਾ ਜੀ। ਫ੍ਰੀ ਹੈਂਡ ਦੇ ਨਾਲ ਜੋੜਨ ਦਾ ਮਤਲਬ ਹੈ ਆ ਸਾਡੇ ਕੋਲ। ਠੀਕ ਹੈ ਜੀ। ਇਹ ਜਿਹੜੀ ਆਕ੍ਰਿਤੀ ਸਾਡੇ ਕੋਲ ਬਣੀ ਆ ਇਸ ਆਕ੍ਰਿਤੀ ਨੂੰ ਅਸੀਂ ਨਾਮ ਦਿੰਦੇ ਆ ਪੈਰਾਬੋਲਾ। ਠੀਕ ਹੈ ਜੀ। ਇਹ ਪੈਰਾਬੋਲਾ ਦੇ ਵਿੱਚ ਇਹਦੇ ਵਿੱਚ ਦੋ ਚੀਜ਼ਾਂ ਮੇਨ ਨੇ ਜਿਹੜੀ ਮੈਂ ਤੁਹਾਨੂੰ ਰੇਖੀ ਸਮੀਕਰਨ ਦੇ ਵਿੱਚ ਕਰਾਈਆਂ ਸੀ ਰੇਖੀ ਬਹੁਪਦ ਦੇ ਵਿੱਚ। ਉਹਦੇ ਵਿੱਚ ਮੈਂ ਕਿਹਾ ਸੀਗਾ ਕਿ ਜਿਹੜਾ ਰੇਖਾ ਆ ਉਹ x ਐਕਸਿਸ ਨੂੰ ਯਾਨੀ ਕਿ x ਧੁਰੇ ਨੂੰ ਜਿੰਨੀ ਵਾਰੀ ਕੱਟਦੀ ਹੈ ਉਹਦੇ ਸਿਫਰਾਂ ਦੀ ਗਿਣਤੀ ਉਨੀ ਹੁੰਦੀ ਹੈ। ਇੱਥੇ x ਐਕਸਿਸ ਨੂੰ ਕਿੰਨੇ ਧੁਰਿਆਂ ਤੇ ਕੱਟ ਰਹੀ ਹੈ? 2 ਧੁਰਿਆਂ ਤੇ ਕੱਟ ਰਹੀ ਹੈ। ਇਹਦਾ ਮਤਲਬ ਸਿਫਰਾਂ ਦੀ ਗਿਣਤੀ ਕਿੰਨੀ ਹੋਏਗੀ? 2 ਹੋਏਗੀ। ਤੇ ਇਹਨਾਂ ਦੇ ਸਿਫਰ ਕੀ ਹੋਣਗੇ? ਉਹ x ਧੁਰੇ ਦੇ ਨਿਰਦੇਸ਼ਕ ਹੋਣਗੇ ਯਾਨੀ ਕਿ 0 ਇਸ ਕੇਸ ਦੇ ਵਿੱਚ ਇਸ ਬਹੁਪਦ ਦੇ ਵਿੱਚ ਇਹਦੇ ਸਿਫਰ ਹੋਣਗੇ ਘਟਾਓ 1 ਅਤੇ 4। ਇਹ ਘਟਾਓ 1 ਅਤੇ 4 ਜਿਹੜੇ ਹੈਗੇ ਆ ਇਹਦੇ ਦੋ ਸਿਫਰ ਹਨ। ਠੀਕ ਹੈ। ਚਲੋ ਪਿਆਰੇ ਵਿਦਿਆਰਥੀਓ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਨੈਕਸਟ ਇਹਦੇ ਹੋਰ ਕੀ ਕੀ ਸਥਿਤੀਆਂ ਹੋ ਸਕਦੀਆਂ ਹਨ। ਠੀਕ ਹੈ ਜੀ। ਉਹਨਾਂ ਵਾਸਤੇ ਅਸੀਂ ਇੱਕ ਵਾਰੀ ਇਹਨੂੰ ਇਰੇਜ਼ ਕਰਦੇ ਸਾਰੇ ਨੂੰ ਤੇ ਇੱਥੇ ਜਿੰਨੀਆਂ ਵੀ ਪੋਸੀਬਲ ਸਥਿਤੀਆਂ ਜਿਹੜੀਆਂ ਹੈਗੀਆਂ ਬਣਦੀਆਂ ਨੇ ਉਹਦੀ ਸਥਿਤੀਆਂ ਬਣਦੀਆਂ ਨੇ ਉਹਨਾਂ ਨੂੰ ਡਿਸਕਸ ਕਰਦੇ ਹਾਂ। ਠੀਕ ਹੈ ਜੀ। ਦੇਖੋ ਵਿਦਿਆਰਥੀਓ ਇਹਦੀ ਪਹਿਲੀ ਸਥਿਤੀ ਜਿਹੜੀ ਬਣਦੀ ਹੈ ਮੈਂ ਇਸ ਬਹੁਪਦ ਵਾਲੇ ਅਧਿਆਇ ਦੇ ਵਿੱਚ ਮੈਂ 2 ਘਾਤੀ ਬਹੁਪਦ ਦੇ ਉੱਤੇ ਜ਼ੋਰ ਦੇ ਰਿਹਾ ਹਾਂ ਤੇ 2 ਘਾਤੀ ਬਹੁਪਦ ਦੀਆਂ ਜਿੰਨੀਆਂ ਵੀ ਸਥਿਤੀਆਂ ਗ੍ਰਾਫ ਦੇ ਵਿੱਚ ਬਣ ਸਕਦੀਆਂ ਨੇ ਉਹ ਮੈਂ ਤੁਹਾਡੇ ਸਾਹਮਣੇ ਇੱਥੇ ਡਰਾ ਕਰ ਰਿਹਾ। ਛੋਟੀਆਂ ਡਰਾ ਕਰਾਂਗਾ ਥੋੜੀਆਂ ਜੀਆਂ ਤਾਂ ਕਿ ਸਮਝਣੀ ਆਸਾਨ ਹੋ। ਇਹ ਅੰਡਰਸਟੂਡ ਹੈ ਜੀ। x ਹੈ y ਹੈ। ਪਹਿਲੀ ਸਥਿਤੀ ਵਿਦਿਆਰਥੀਓ ਆ ਬਣੀ ਜੋ ਕਿ ਸਾਡੇ ਕੋਲ ਹੁਣੀ ਜੋ ਥੋੜੀ ਦੇਰ ਪਹਿਲਾਂ ਅਸੀਂ ਗ੍ਰਾਫ ਬਣਾਇਆ ਸੀ ਉਹਦੀ ਸਥਿਤੀ ਬਣੀ ਸੀ। ਦੂਜੀ ਸਥਿਤੀ ਪਿਆਰੇ ਵਿਦਿਆਰਥੀਓ ਸਾਡੇ ਕੋਲ ਬਣਦੀ ਹੈ ਇਹੀ ਗ੍ਰਾਫ ਹੇਠਾਂ ਇਹ x ਹੈ ਇਹ y ਹੈ। ਠੀਕ ਹੈ ਜੀ। ਇਹ ਘਟਾਓ x ਘਟਾਓ y ਤੇ ਇਧਰ ਘਟਾਓ ਦਾ x। ਤੀਸਰੀ ਸਥਿਤੀ ਪਿਆਰੇ ਵਿਦਿਆਰਥੀਓ ਸਾਡੇ ਕੋਲ ਬਣਦੀ ਹੈ ਜੇਕਰ ਇਹ ਕੇਵਲ ਇੱਕ ਸੰਪਾਤੀ ਬਿੰਦੂਆਂ ਤੇ ਕੱਟੇ ਇੱਕ ਹੀ ਬਿੰਦੂ ਤੇ ਕੱਟ ਰਹੀ ਹੈ ਤੇ ਚੌਥੀ ਸਥਿਤੀ ਦੇ ਵਿੱਚ ਮੇਰੇ ਕੋਲ ਜਿਹੜਾ ਇਹ ਪੈਰਾਬੋਲਾ ਆ x ਇੱਥੇ x ਹੈ ਜੀ ਇੱਥੇ y ਹੈ। ਮੈਂ ਬਾਰ-ਬਾਰ ਨਹੀਂ ਲਿਖ ਰਿਹਾ। ਇਹ ਹੇਠਾਂ ਕੱਟੇਗਾ ਇਸ ਢੰਗ ਨਾਲ। ਠੀਕ ਹੈ ਜੀ। ਪੰਜਵੀਂ ਸਥਿਤੀ ਮੇਰੇ ਕੋਲ ਬਣੇਗੀ ਵਿਦਿਆਰਥੀਓ ਜਦੋਂ ਇਹ ਕਿਤੇ ਵੀ ਨਹੀਂ ਕੱਟਦਾ ਕਹਿਣ ਦਾ ਮਤਲਬ ਹਵਾ 'ਚ ਰਹਿ ਜਾਂਦਾ। ਤੇ ਛੇਵੀਂ ਸਥਿਤੀ ਮੇਰੇ ਕੋਲ ਵਿਦਿਆਰਥੀਓ ਬਣੇਗੀ ਜਦੋਂ ਇਹ x ਹੈ ਇਹ y ਹੈ ਇਹ ਹੇਠਾਂ ਵਾਲੇ ਪਾਸੇ ਕਿਤੇ ਵੀ ਕੱਟਦਾ। ਹੁਣ ਅਸੀਂ ਜਲਦੀ ਨੂੰ ਡਿਸਕਸ ਕਰ ਲੈਂਦੇ ਆ। ਪਹਿਲੇ ਕੇਸ ਦੇ ਵਿੱਚ ਇਹਦੇ ਵਿੱਚ ਸਿਫਰਾਂ ਦੀ ਗਿਣਤੀ ਕਿੰਨੀ ਹੋਏਗੀ? 2 ਹੋਏਗੀ। ਧਿਆਨ ਦੇਣਾ 1 2 ਸਿਫਰਾਂ ਦੀ ਗਿਣਤੀ ਕਿੰਨੀ ਹੋਗੀ? 2। ਦੂਸਰੇ ਕੇਸ ਦੇ ਵਿੱਚ ਵੀ ਸਿਫਰਾਂ ਦੀ ਗਿਣਤੀ ਕਿੰਨੀ ਹੋਗੀ? 2 ਕਿਉਂਕਿ ਇਹ 2 ਜਗ੍ਹਾ। ਤੀਸਰੇ ਕੇਸ ਦੇ ਵਿੱਚ ਸਿਫਰਾਂ ਦੀ ਗਿਣਤੀ 1 ਹੈ। ਕਿਉਂ ਹੈ 1?
ਕਿਉਂਕਿ ਇਹ ਸਿਰਫ x ਤੋਂ ਇਹਨੂੰ ਇੱਕ ਵਾਰ ਕੱਟਦਾ ਹੈ। ਇੱਥੇ ਵੀ ਸਿਫਰਾਂ ਦੀ ਗਿਣਤੀ ਕਿੰਨੀ ਹੈ? ਇੱਕ ਹੈ। ਕਿਉਂ? ਕਿਉਂਕਿ ਇਹ ਕਿੰਨੀ ਵਾਰੀ ਕੱਟਦਾ ਹੈ? ਇੱਕ ਵਾਰ। ਇੱਥੇ ਕੋਈ ਵੀ ਨਹੀਂ ਹੈ, ਕੋਈ ਨਹੀਂ, ਇੱਥੇ ਵੀ ਕੋਈ ਨਹੀਂ। ਕਿਉਂ ਕੋਈ ਨਹੀਂ? ਕਿਉਂਕਿ ਇਹ x ਤੋਂ ਇਹਨੂੰ ਕੱਟ ਹੀ ਨਹੀਂ ਰਿਹਾ, ਤੇ ਜੇ ਕੱਟਦਾ ਹੀ ਨਹੀਂ ਪਿਆ ਤੇ ਇਹਦਾ ਮਤਲਬ ਇਹਦੇ ਵਿੱਚ ਸਿਫਰਾਂ ਦੀ ਗਿਣਤੀ ਕੋਈ ਵੀ ਨਹੀਂ ਹੋਏਗੀ। ਠੀਕ ਹੈ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਸਾਰੀਆਂ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਤੇ ਇੱਕ ਲਾਸਟ ਦੇ ਵਿੱਚ ਜੇਕਰ ਤੁਸੀਂ ਸਮਝ ਗਏ ਹੋ ਤਾਂ ਇੱਕ ਮੈਂ ਤੁਹਾਨੂੰ ਹੋਰ ਚੀਜ਼ ਇੱਥੇ ਦੱਸਣਾ ਚਾਹੁੰਦਾ, ਉਹ ਇਹ ਆ ਕਿ ਅਸੀਂ ਆਪਣੇ ਦਿਮਾਗ ਦੇ ਵਿੱਚ ਇਹ ਨਾ ਲਗਾ ਕੇ ਚੱਲੀਏ ਕਿ ਦੋ ਘਾਤੀ ਸਮੀਕਰਨ ਦਿੱਤਾ ਤੇ ਇੱਕ ਪੈਰਾਬੋਲਾ ਬਣ ਗਿਆ ਤੇ ਮੇਰਾ ਕੰਮ ਖਤਮ। ਨਹੀਂ, ਇਦਾਂ ਨਹੀਂ ਹੈ। ਜਿਹੜਾ ਇਹ ਬਹੁਪਦ ਹੈ, ਇਹ ਦੋ ਘਾਤੀ ਵੀ ਹੋ ਸਕਦਾ ਹੈ, ਚਾਰ ਘਾਤੀ ਵੀ ਹੋ ਸਕਦਾ ਹੈ, 20 ਘਾਤੀ ਵੀ ਹੋ ਸਕਦਾ, 100 ਘਾਤੀ ਵੀ ਹੋ ਸਕਦਾ। ਠੀਕ ਹੈ ਜੀ। ਇਹਦੇ ਵਿੱਚ ਕੀ ਕਰਨਾ, ਮੈਂ ਤੁਹਾਨੂੰ ਇੱਕ ਆਲੇਖ ਦਿੰਦਾ ਉਦਾਹਰਨ ਵਜੋਂ। ਆ ਇੱਕ ਗ੍ਰਾਫ ਹੈ, ਇਹਦੇ ਵਿੱਚ ਇੱਕ ਬਹੁਪਦ ਹੈ, ਉਹ ਇਦਾਂ ਆ ਗਿਆ ਜੀ, ਆ x ਹੈ, ਆ y ਹੈ। ਇਹਦੇ ਵਿੱਚ ਸਿਫਰਾਂ ਦੀ ਗਿਣਤੀ ਮੈਂ ਦੱਸਣੀ ਹੈ ਜੀ ਉਹਨੂੰ, ਸਿਫਰਾਂ ਦੀ ਗਿਣਤੀ। ਇਹਦੇ ਵਿੱਚ ਜੇਕਰ ਮੈਂ ਉਹਨੂੰ ਸਿਫਰਾਂ ਦੀ ਗਿਣਤੀ ਦੱਸਣੀ ਹੈ ਤਾਂ ਕਿਵੇਂ ਦੱਸ ਸਕਦਾ? x ਤੋਂ ਇਹਨੂੰ ਕਿੰਨੀ ਵਾਰੀ ਕੱਟਦਾ ਹੈ? ਇੱਕ ਵਾਰ, ਦੋ ਵਾਰ, ਤਿੰਨ ਵਾਰ, ਚਾਰ ਵਾਰ, ਪੰਜ ਵਾਰ। ਇਹਦਾ ਮਤਲਬ ਸਿਫਰਾਂ ਦੀ ਗਿਣਤੀ ਕਿੰਨੀ ਹੋ ਗਈ? 5 ਹੋ ਗਈ। ਸੋ ਪਿਆਰੇ ਵਿਦਿਆਰਥੀਓ, ਇਹ ਮੇਰੇ ਅੱਜ ਦੇ ਲੈਕਚਰ ਦਾ ਸਮਾਂ ਜੋ ਮੈਂ ਤੁਹਾਨੂੰ ਹਜੇ ਤੱਕ ਦੱਸਿਆ ਉਹਦੇ ਬਾਰੇ ਦੱਸ ਰਿਹਾ। ਸਭ ਤੋਂ ਪਹਿਲਾਂ ਅਸੀਂ ਬਹੁਪਦ ਦੇ ਬਾਰੇ ਜਾਣਕਾਰੀ ਲਈ ਕਿ ਬਹੁਪਦ ਕੀ ਹੁੰਦਾ ਹੈ, ਬਹੁਪਦ ਦੇ ਵਿੱਚ ਮੂਲ ਕੀ ਹੁੰਦੇ ਹਨ, ਉਹਦੇ ਸਿਫਰ ਕੀ ਹੁੰਦੇ ਹਨ, ਇੱਕ ਪਦੀ ਬਹੁਪਦ, ਦੋ ਪਦੀ ਬਹੁਪਦ, ਤਿੰਨ ਪਦੀ ਬਹੁਪਦ, ਫਿਰ ਘਾਤਾਂ ਦੇ ਵਿੱਚ ਗਏ ਅਸੀਂ। ਠੀਕ ਹੈ। ਰੇਖੀ ਬਹੁਪਦ, ਦੋ ਘਾਤੀ ਬਹੁਪਦ, ਤਿੰਨ ਘਾਤੀ ਬਹੁਪਦ। ਠੀਕ ਹੈ ਜੀ। ਉਸ ਤੋਂ ਬਾਅਦ ਆ ਕੇ ਅਸੀਂ ਉਹਨਾਂ ਦਾ ਜਮਾਇਤੀ ਸਟਰਕਚਰ ਜਿਹੜਾ ਹੈਗਾ ਆ ਗ੍ਰਾਫ ਦੇ ਵਿੱਚ, ਆਲੇਖ ਦੇ ਵਿੱਚ ਉਹਨਾਂ ਦੇ ਸਿਫਰਾਂ ਦੀ ਗਿਣਤੀ ਆਲੇਖ ਤੋਂ ਅਸੀਂ ਕਿਸ ਢੰਗ ਨਾਲ ਜਾਣ ਸਕਦੇ ਹਾਂ, ਉਹ ਵੀ ਅਸੀਂ ਦੱਸਿਆ। ਉਮੀਦ ਹੈ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਘਰ ਦੇ ਵਿੱਚ ਵੀ ਦੁਹਰਾਈ ਕਰੋਗੇ। ਇਸ ਤੋਂ ਅਗਲਾ ਭਾਗ ਜਿਹੜਾ ਹੈਗਾ ਮੈਂ ਅਗਲੇ ਲੈਕਚਰ ਵਿੱਚ ਤੁਹਾਨੂੰ ਦੱਸਾਂਗਾ। ਧੰਨਵਾਦ ਦੋਸਤੋ।